आओ फतेह दी सांझ पाइए, गज के बुलाओ। वाहेगुरु जी का खालसा, वाहेगुरु जी की फतेह। साध संगत जी, बहुत ही बड़ा उपराला है जिहड़ा शहीद भाई परमजीत सिंह जी
ਉਹਨਾਂ ਦੀ ਪਤਨੀ ਕੁਲਵਿੰਦਰ ਕੌਰ, ਉਹਨਾਂ ਵੱਲੋਂ ਇਹ ਕੀਤਾ ਗਿਆ ਹੈ ਔਰ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ। ਭਾਈ ਪਰਮਜੀਤ ਸਿੰਘ ਜੀ, ਅਸੀਂ ਖੇਡਦੇ ਖੇਡਦੇ ਬਾਹਰ ਵੀ ਖੇਡਣ ਜਾਂਦੇ ਸਾਂ। ਨੈਣੋ ਕੋਟ ਅਸੀਂ ਖੇਡ ਰਹੇ ਸਾਂ, ਖੇਡਣ ਗਏ ਤੇ ਇਹ ਵੀ ਸਾਡੇ ਨਾਲ ਸੀ। ਪਹਿਲੀ ਵਾਰ ਇਹ ਬਾਹਰ ਉੱਥੇ ਕਬੱਡੀ ਸਾਡੇ ਨਾਲ, ਮੈਨੂੰ ਕਹਿਣ ਲੱਗਾ ਜੀ ਮੈਂ ਵੀ ਚਾਹੁੰਦਾ ਹਾਂ ਕਿ ਮੈਨੂੰ ਵੀ ਤੁਸੀਂ ਖਿਡਾਓ, ਮੈਂ ਵੀ ਤਗੜਾ ਹੋ ਗਿਆ ਹੁਣ। ਮੈਂ ਕਿਹਾ ਵੀ ਠੀਕ ਹੈ। ਅਸੀਂ ਇਹਨੂੰ ਉੱਥੇ ਆਪਣੀ ਕਬੱਡੀ ਟੀਮ 'ਚ ਪਾਇਆ। ਤਗੜਾ ਸੀ ਲੇਕਿਨ ਅਜੇ ਪੂਰੇ ਦਾਅ ਪੇਚ ਕਬੱਡੀ ਦੇ ਨਹੀਂ ਸੀ ਕਿ ਜਾਣ ਦਾ। ਤਗੜਾ ਜ਼ਰੂਰ ਹੁੰਦਾ ਬੰਦਾ, ਪਰ ਤੁਹਾਨੂੰ ਪਤਾ ਕਬੱਡੀ ਦੇ ਬੜੇ ਦਾਅ ਪੇਚ ਹੁੰਦੇ ਨੇ ਜਿਹੜੀ ਕੇਵਲ ਜ਼ੋਰ ਹੀ ਨਹੀਂ ਕੰਮ ਆਉਂਦਾ, ਉਹਦੇ 'ਚ ਬਾਕੀ ਚੀਜ਼ਾਂ ਬੜੀਆਂ ਕੰਮ ਆਉਂਦੀਆਂ। ਤਾਂ ਫਿਰ ਉੱਥੇ ਚੋਪੜਿਆਂ ਦੇ ਮੁੰਡੇ ਬੜੇ ਤਗੜੇ ਹੁੰਦੇ, ਰਾਮੇ ਹੋਣੀ। ਉਹ ਜਦੋਂ ਕਬੱਡੀ ਆਏ ਤੇ ਇਹਨੇ ਖਿਡਾਰੀ ਹੋ ਗਿਆ, ਉਹਨਾਂ ਥੱਪੜ ਮਾਰਿਆ। ਕਿਆ ਗੱਲ ਕਿਵੇਂ ਹੋਈ ਹੈ ਕਿ ਨਹੀਂ ਹੋਈ, ਕਿਉਂਕਿ ਜਾਣ ਕੁਝ ਲੋਕ ਸਰਗਰਮ ਨੇ ਬੜੇ ਉਲਟਾ ਸਿੱਧਾ ਗੁਰਦੁਆਰੇ ਨੂੰ ਬਦਨਾਮ ਕਰਦੇ ਨੇ। ਉਹਨਾਂ ਨੂੰ ਬੇਨਤੀ ਵੇ ਕੰਮ ਬੰਦ ਕਰ ਦਿਓ ਔਰ ਆਓ ਰਲ ਮਿਲ ਕੇ ਇਹਨਾਂ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਦੇ ਅਸੀਂ ਦਿਨ ਜਿਹੜੇ ਮਨਾਈਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਅਸੀਂ ਸਾਰੀ ਕੌਮ ਤਗੜੇ ਹੋ ਕੇ ਇਹਨਾਂ ਨੂੰ ਸੰਭਾਲੀਏ। ਸਿੱਧਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਗੁਰਦੁਆਰਾ ਚੜ੍ਹਦੀ ਬੱਤੀ, ਜਿਨ੍ਹਾਂ ਨੇ ਭਾਈ ਸ਼ਹੀਦ ਭਗਤ ਸਿੰਘ ਜੀ ਦੀਆਂ ਬਚਪਨ ਦੀਆਂ ਯਾਦਾਂ ਨੂੰ ਬੜੇ ਪਿਆਰ ਨਾਲ ਤਾਜ਼ਾ ਕੀਤਾ। ਹੁਣ ਬੇਨਤੀ ਕਰੂੰਗਾ ਭਾਈ ਸੁਰਜੀਤ ਸਿੰਘ ਜੀ, ਮੈਂਬਰ ਐਸਜੀਪੀਸੀ, ਸਟੇਜ ਤੇ ਆਉਣ ਅਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਪੇਸ਼ ਕਰਨ। ਗੁਰੂ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਸੱਚੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शहीदों की चिताओं पर लगेंगे हर बरसते वतन के मांगने वालों का बाकी यही निशान होता है। ਅੱਜ ਪਰਮਜੀਤ ਸਿੰਘ ਸਾਡਾ ਛੋਟਾ ਭਰਾ ਸੀ। ਹਰ ਗੱਲ ਜਿਹੜੀ ਹੈ ਲੁਕਾਈ ਨਹੀਂ ਜਾ ਸਕਦੀ। ਕਿਸੇ ਮੂਵਮੈਂਟ ਜਦੋਂ ਆਈ, ਮੂਵਮੈਂਟ ਉੱਠੀ ਪੰਜਾਬ ਦੇ ਵਿੱਚ, ਸਿੱਖਾਂ ਦੀ ਮੂਵਮੈਂਟ ਉੱਠੀ, ਜਿਹਦੇ ਵਿੱਚ ਉਹਨੇ ਅਹਿਮ ਹਿੱਸਾ ਪਾਇਆ। ਅੱਜ ਸਾਰੇ ਉਸ ਮੌਕੇ ਤੇ ਇਕੱਤਰ ਹੋਏ ਆ। ਕਵੀਸ਼ਰੀ ਜਥਾ ਭਾਈ ਸੁਲੱਖਣ ਸਿੰਘ ਜੀ ਹੋਰਾਂ ਨੇ ਜਿਹੜੇ ਸਾਡੀ ਕਵੀਸ਼ਰੀ ਦਾ ਜਿਹੜਾ ਨਾਂ ਦੁਨੀਆ ਲੈਵਲ ਤੇ ਚੱਲਦਾ ਹੈ, ਜਿਹੜੀ ਕਵਨ ਸਿੰਘ ਹੋਰੀ ਕਹਿ ਕੇ ਗਏ ਆ, ਉਹ ਇੱਥੇ ਕਵੀਸ਼ਰੀ ਦੇ ਨਾਲ ਸੰਗਤ ਨੂੰ ਨਿਆਲ ਕਰਕੇ ਗਏ ਨੇ। ਅੱਜ ਸਾਡੇ ਕੋਲ ਉਹਨਾਂ ਦੇ ਬਹੁਤ ਪਿਆਰੇ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਮੰਝਪੁਰ, ਜੋ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨੇ, ਸਾਡੇ ਵੀ ਮਿੱਤਰ ਨੇ, ਭਰਾ ਨੇ, ਜਿਹੜਾ ਧਰਮ ਦੇ ਨਾਂ ਤੇ ਹਰ ਗੱਲ ਜਿੱਥੇ ਵੀ ਕੋਈ ਲੜਾਈ ਆਉਂਦੀ ਹੈ ਇਹ ਕਢਾ ਕੇ ਲੜਦੇ ਨੇ। ਉਹ ਅੱਜ ਸਾਡੇ ਵਿੱਚ ਬਰਾਜਮਾਨ ਨੇ। ਹਰਬੰਸ ਸਿੰਘ ਸਿੱਧਵਾਂ ਜੀ ਸਾਡੇ ਵਿੱਚ ਸਾਡੇ ਵੱਡੇ ਭਰਾ, ਜਿਹੜੇ ਹਰ ਵਕਤ ਪੰਥ ਦਾ ਝੰਡਾ ਲੈ ਕੇ ਤੁਰਦੇ ਨੇ, ਉਹ ਬਰਾਜਮਾਨ ਨੇ। ਸਾਡੇ ਕੋਲ ਪ੍ਰੋਫੈਸਰ ਧਿਆਨ ਸਿੰਘ ਜੀ, ਜਿਹੜੇ ਪਰਮਜੀਤ ਸਿੰਘ ਦੇ ਬਹੁਤ ਮਿੱਤਰ ਰਹੇ ਨੇ, ਜਿਨ੍ਹਾਂ ਨੂੰ ਚੇਤਾ ਜਦੋਂ ਫੋਨ ਤੇ ਗੱਲ ਹੋਈ ਤੇ ਕਹਿੰਦੇ ਤੇ ਮੈਂ ਤਾਂ ਨਹੀਂ ਆਉਣਾ, ਮੇਰਾ ਤੇ ਉਹ ਖਾਸ ਮਿੱਤਰ ਸੀ, ਇਸ ਕਰਕੇ ਮੈਂ ਜ਼ਰੂਰ ਪਹੁੰਚਣਾ। ਉਹ ਵੀ ਪਹੁੰਚੇ ਨੇ। ਲਖਵੀਰ ਸਿੰਘ ਜੀ ਜਿਹੜੇ ਟਾਂਡਾ ਤੋਂ ਨੇ, ਖਾਲਸਾ, ਜਿਹੜੇ ਗੱਤਕੇ ਦੇ ਬਹੁਤ ਵੱਡੇ ਮਾਹਰ ਨੇ, ਗੱਤਕਾ ਕਮੇਟੀ ਦੇ ਜਿਹੜੀ ਇਹਨਾਂ ਨੇ ਬਣਾਈ ਸੰਸਥਾ, ਉਹਦੇ ਪ੍ਰਧਾਨ ਨੇ ਪੰਜਾਬ ਦੇ, ਉਹ ਸਾਡੇ ਵਿੱਚ ਇੱਥੇ ਬਰਾਜਮਾਨ ਨੇ। ਹੋਰ ਬੜੀਆਂ ਅਹਿਮ ਸ਼ਖਸੀਅਤਾਂ ਸਾਡੇ ਵਿੱਚ ਇਸ ਵੇਲੇ ਆਈਆਂ ਨੇ, ਪਹੁੰਚੀਆਂ ਨੇ। ਮੈਂ ਸਾਰਿਆਂ ਨੂੰ, ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਪਰਮਜੀਤ ਸਿੰਘ ਦਾ ਮਾੜਾ ਮੋਟਾ ਵੀ ਜਦੋਂ
ਨਾਲ ਲੈ ਕੇ ਆਨੰਦ ਮਾਣਿਆ, ਗੱਲਬਾत ਕੀਤੀ। ਜਿਨ੍ਹਾਂ ਨੂੰ ਗੱਲਾਂ ਚੇਤੇ ਨੇ ਉਹ ਸਾਰੀਆਂ ਆਪ ਦੱਸਣਗੇ, ਮੈਂ ਨਹੀਂ ਦੱਸਣਾ ਕਿਹੜੀ ਜੇਲ੍ਹ ਚ ਰਿਹਾ, ਕਿਹੜੀ ਚ ਕਿੱਥੇ ਗਿਆ, ਕਿਉਂਕਿ ਉਹ ਦੱਸਣਗੇ। ਫਿਰ ਬੋਲਣ ਵਾਲਾ ਜੇ ਆਪ ਹੀ ਸਾਰੀਆਂ ਗੱਲਾਂ ਦੱਸਦੇ ਤੇ ਬਾਕੀ ਬੁਲਾ ਲਿਆ ਫਿਰ ਕੀ ਬੋਲਣਾ ਹੁੰਦਾ। ਉਹ ਆਪਣੀ ਨਾਲੇ ਹੱਡ ਬੀਤੀ ਜਿਹੜੀ ਹੈ, ਜਗ ਬੀਤੀ ਜਿਹੜੀ ਹੈ, ਜਿਹੜਾ ਜਿਹਦੇ ਨਾਲ ਬੀਤੀ ਹੁੰਦੀ ਹੈ ਉਹ ਦੱਸੇ ਤੇ ਫੇਰ ਹੀ ਚੰਗੀ ਲੱਗਦੀ ਹੈ। ਤੇ ਕੁਲਵਿੰਦਰ ਕੌਰ ਸਾਡੀ ਛੋਟੀ ਭੈਣ ਨੇ ਜਿਹਨੇ ਉਪਰਾਲਾ ਕੀਤਾ ਹੈ, ਜਿਹਨੇ ਜਿਹੜੀ ਹਰ ਸਾਲ ਦਿਹਾੜਾ ਮਨਾਉਂਦੀ ਹੈ, ਅੱਜ ਉਸ ਦਿਹਾੜੇ ਨੂੰ ਵੱਡਾ ਉਪਰਾਲਾ ਕਰਕੇ ਉਹਨਾਂ ਨੇ ਮਨਾਇਆ। ਤੇ ਮੈਂ ਇਸੇ ਗੁਰਦੁਆਰੇ ਦੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨੌਜਵਾਨਾਂ ਨੇ ਸਾਥ ਦਿੱਤਾ ਹੈ। ਇਹਨੂੰ ਕਿਹਾ ਵੀ ਅਸੀਂ ਭੈਣ ਜੀ ਸਾਰਾ ਹੀ ਲੰਗਰ ਪਾਣੀ ਦਾ ਜਿਹੜੀ ਸੇਵਾ ਜਿਹੜੀ ਆ ਨੌਜਵਾਨਾਂ ਨੇ ਕਿਹਾ ਅਸੀਂ ਚੁੱਕਾਂਗੇ। ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈਗੀ। ਇਹ ਵੇਲੇ ਨਿੱਕੀ ਨਿੱਕੀਆਂ ਗੱਲਾਂ 'ਚ ਅਸੀਂ ਰੋਲ ਜਾਂਦੇ ਹਾਂ, ਪਰ ਜਦੋਂ ਏਡੇ ਵੱਡੇ ਕੰਮ ਹੋਣ, ਏਡਾ ਵੱਡਾ ਕੁਰਬਾਨੀ ਕੀਤੀ ਹੋਵੇ, ਸ਼ਹਾਦਤਾਂ ਦਿੱਤੀਆਂ ਹੋਣ, ਮੋਰਚੇ ਦੇ ਵਿੱਚ ਹਿੱਸਾ ਪਾਇਆ ਹੋਵੇ। ਇੱਕ ਮੋਰਚਾ ਲੱਗਾ ਜਿਹੜਾ ਸਾਡੇ ਸਿੱਖ ਪੰਥ ਦਾ ਮੋਰਚਾ ਸੀ, ਪੰਜਾਬ ਦਾ ਮੋਰਚਾ ਸੀ, ਸਾਡੀ ਕੌਮ ਦਾ ਮੋਰਚਾ ਸੀ, ਜਿਹਦੇ ਵਿੱਚ ਉਹਨੇ ਆਪਣੇ ਢੰਗ ਦੇ ਨਾਲ ਹਿੱਸਾ ਪਾਇਆ। ਨੌਜਵਾਨ ਜਦੋਂ ਬਜ਼ੁਰਗ ਜਿਹੜੇ ਸਨ ਉਹ ਗ੍ਰਿਫਤਾਰੀਆਂ ਦੇ ਕੇ ਉਸ ਮੋਰਚੇ ਵਿੱਚ ਹਿੱਸਾ ਪਾਉਂਦੇ ਸਨ, ਤੇ ਇਹ ਨੌਜਵਾਨ ਆਪਣੀ ਚਾਹ ਨਾਲ ਚੱਲਦੇ ਸਨ। ਜਿਨ੍ਹਾਂ ਦਾ ਖੂਨ ਖੌਲਦਾ ਉਹ ਖੂਨ ਖੋਲਣ ਕਰਕੇ ਕਈ ਵਾਰੀ ਐਸੇ ਸਟੈਪ ਵੀ ਲਏ ਜਿਹੜੇ ਆਮ ਬਜ਼ੁਰਗ ਆਦਮੀ ਨਹੀਂ ਲੈ ਸਕਦੇ, ਨੌਜਵਾਨਾਂ ਨੇ ਲਏ। ਕਿਉਂਕਿ ਨਹੀਂ ਤੇ ਆਮ ਇੱਕ ਪੁਲਿਸ ਵਾਲਾ ਆ ਜਾਏ ਤੇ ਅਸੀਂ ਅੰਦਰ ਵੜ ਜਾਂਦੇ ਹਾਂ, ਤੇ ਜਦੋਂ ਹਜ਼ਾਰਾਂ ਪੁਲਿਸ ਇਕੱਠੀ ਹੋਵੇ ਉਸ ਵਕਤ ਸ਼ਹਾਦਤ ਦਿੱਤੀ ਜਾਵੇ। ਸਨ 91 ਦੀ ਗੱਲ ਹੈ ਗੁਰਿੰਦਰ, ਸਨ 91 ਸ਼ਹਾਦਤ ਦਿੱਤੀ, ਸਨ 91 ਸ਼ਹਾਦਤ ਦਿੱਤੀ। ਕੁਲਵਿੰਦਰ ਕੌਰ ਦੇ ਧੰਨਵਾਦੀ ਹੈ ਤੇ ਖਾਸ ਕਰਕੇ ਮਾਂ ਦੀ ਪ੍ਰੇਰਨਾ ਤੇ ਪਤਨੀ ਦੇ ਸਹਿਯੋਗ ਬਿਨਾ ਦੁਨੀਆ ਤੇ ਕੋਈ ਮਨੁੱਖ ਮਹਾਨ ਨਹੀਂ ਬਣ ਸਕਦਾ, ਕਿਉਂਕਿ ਮਾਂ ਨੇ ਪ੍ਰੇਰਨਾ ਦਿੱਤੀ ਸਿੱਖੀ ਦੀ। ਮਾਂ ਨੇ ਕਿਹਾ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਹੋਰ ਗੱਲਾਂ ਸਭ ਪਿੱਛੋਂ ਹੈ ਤੇ ਪੰਥ ਪਿਆਰਾ ਪਹਿਲਾਂ ਹੈ। ਤੇ ਜੇ ਪੰਥ ਗੁਰੂ ਗ੍ਰੰਥ ਨੂੰ ਜੇ ਮੁੱਖ ਰੱਖ ਕੇ ਤੁਰ ਪਏ ਜੇ ਕੋਈ ਨੌਜਵਾਨ, ਤੇ ਫਿਰ ਉਹ ਪਿੱਛੇ ਹਟਦਾ। ਪਰਮਜੀਤ ਸਿੰਘ ਨੇ ਸ਼ਹੀਦੀ ਦਿੱਤੀ। ਤੁਗਲ ਵਾਲੇ ਪਿੰਡ ਦਾ ਨਾਂ, ਇਸ ਮਿੱਟੀ ਦਾ ਨਾਂ ਪੂਰੇ ਸੰਸਾਰ ਤੇ ਸਦਾ ਲਈ ਇਤਿਹਾਸ ਵਿੱਚ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦਾ। ਤੇ ਸਰਮਾਇਆ ਵੀ ਇਦਾਂ ਦਾ ਜਿਹੜਾ ਤੁਸੀਂ ਅਰਦਾਸ ਵਿੱਚ ਸਵੇਰੇ ਤੇ ਸ਼ਾਮ ਜਿਹਨਾਂ ਸ਼ਹੀਦਾਂ ਮਰੀਦਾਂ ਹੱਟੀਆਂ ਜੱਪੀਆਂ, ਜਦੋਂ ਤੁਸੀਂ ਬੀਬੀਆਂ ਦਾ ਲੈਂਦੇ ਹੋ ਵੀ ਮੀਰ ਮਨੂ ਦੀ ਜੇਲ੍ਹ ਵਿੱਚ ਤੁਹਾਡੇ ਇਸ ਇਲਾਕੇ ਚੋਂ ਕਾਨੂੰ ਆਉਣ ਤੋਂ ਇਸ ਰਿਆੜਕੀ ਚੋਂ ਬੀਬੀਆਂ ਕਾਨੂੰ ਆਉਣ ਫੜ ਕੇ ਖੜੀਆਂ ਸੀ ਮੀਰ ਮਨੂ ਨੇ, ਤਾਂ ਉਹ ਉਸ ਵੇਲੇ ਸ਼ਾਮ ਨੂੰ ਰਹਿ ਰਾਸ ਵੇਲੇ ਕਹਿੰਦੀਆਂ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਭਾਣੇ 'ਚ ਰਹਿੰਦਿਆਂ ਦਿਹਾੜਾ ਸੁੱਖਾਂ ਦਾ ਬਤੀਤ ਹੋਇਆ। ਬੱਚੇ ਦਿਨੇ ਸ਼ਹੀਦ ਕੀਤੇ ਆ, ਨੀਚੇ ਦੇ ਟੰਗੇ ਆ, ਗਲਾਂ 'ਚ ਹਾਰ ਪਾਏ ਆ, ਰੋਟੀਆਂ ਦਿੰਦੇ ਨਹੀਂ। ਤੇ ਉੱਥੇ ਲਾਹੌਰ ਜੇਲ੍ਹ ਮੈਂ ਵੀ ਦੇਖ ਕੇ ਆਇਆ ਮੀਰ ਮਨੂ ਵਾਲੀ। ਤੇ ਨਾਲ ਸ਼ਾਮ ਨੂੰ ਰਹਿ ਰਾਸ ਵੇਲੇ ਇਹ ਕਹਿੰਦੀਆਂ ਕਿ ਚਾਰ ਪੈਰ ਦਿਹਾੜਾ ਸੁੱਖਾਂ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆਈ ਹੈ ਸੁੱਖਾਂ ਦੀ ਜਿਹੜੀ ਹੈ ਉਹਨੂੰ ਪਰਮਜੀਤ ਸਿੰਘ ਮਹਾਨ ਸ਼ਹੀਦ ਨੇ ਅੱਗੇ ਚਲਾਇਆ। ਮੈਂ ਹੁਣ ਇੱਕ ਬੇਨਤੀ ਕਰਕੇ ਤੁਹਾਡੇ ਕੋਲੋਂ ਸਾਰਿਆਂ ਕੋ ਖਿਮਾ ਲੈ ਲੈਣੀ ਹੈ ਕਿ ਤੇ ਪੱਕੇ ਤੌਰ ਦੇ ਉੱਤੇ ਉਹਦਾ 101 ਮੈਂਬਰ ਬਣਾ ਕੇ 11 ਮੈਂਬਰੀ ਕਮੇਟੀ ਬਣਾ ਲਓ। ਰਜਿਸਟਰ ਦੇ ਉੱਤੇ 5-7 ਗੱਲਾਂ ਜਿਹੜੀਆਂ ਲਿਖਣੀਆਂ ਉਹ ਲਿਖ ਲਓ। ਤੇ ਅੱਜ ਦਾ ਜੋ ਦਿਹਾੜਾ ਹੈ, ਜੋ ਅਸਲ ਦਿਹਾੜਾ 1991 ਨੂੰ ਇਹਨਾਂ ਨੇ ਸ਼ਹਾਦਤ ਦਿੱਤੀ, ਇੱਕ ਤੇ ਸਾਡੇ ਤੁਹਾਡੇ ਤੱਕ ਹੀ ਨਾ ਰਹਿ ਜਾਏ, ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਨਸਲਾਂ ਨੂੰ ਇਹ ਤੁਹਾਡੇ ਤੁਗਲ ਵਾਲੇ ਦੇ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ, ਖਾਸ ਤੌਰ ਤੇ ਬੀਬੀਆਂ ਨੂੰ ਇਹ ਪ੍ਰੇਰਨਾ ਮਿਲਣੀ ਹੈ। ਤੇ ਇਹ ਦਿਹਾੜਾ ਜਿਹੜਾ ਹੈ ਇਹ ਪੱਕੇ ਤੌਰ ਦੇ ਉੱਤੇ ਜੇ 5 ਸਾਲ ਤੁਸੀਂ ਜ਼ੋਰ ਦੇ ਕੇ ਮਨਾ ਲਓ, ਇਹਦੇ ਤੋਂ ਬਾਅਦ ਮੈਂ ਸਮਝਦਾ ਫਿਰ ਹਰ ਵਾਰੀ ਵਧੇਗਾ ਤੇ 100 ਸਾਲ ਤੱਕ ਚੱਲੇਗਾ, 1000 ਸਾਲ ਤੱਕ ਚੱਲੇਗਾ। ਮੇਰੀ ਨੌਜਵਾਨ ਜਿਹੜੇ ਜਜ਼ਬੇ ਭਰਪੂਰ ਇਸ ਉਦਮ ਕਰ ਰਹੇ ਇਹਦਾ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇੱਥੋਂ ਦੀ ਪੰਚਾਇਤ ਤੇ ਨਾਲ ਗੁਰਦੁਆਰਾ ਕਮੇਟੀ ਨਾਲ ਨੌਜਵਾਨਾਂ ਦੇ ਜਥੇ, ਇਹ ਸਾਰੇ ਦੇ ਸਾਰੇ ਇੱਕ ਤਾਲਮੇਲ ਕਮੇਟੀ ਬਣਾ ਕੇ ਸਾਰਿਆਂ ਦਾ ਇੱਕ ਮੈਂਬਰ ਪਾ ਕੇ
ਇਹਦਾ ਟਰਸਟ ਬਣਾ ਲਓ ਤੇ ਨਾਲ ਦੇ 11 ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਵੀ ਟਰਸਟ ਦੇ ਵਿੱਚ ਮੈਂਬਰ ਪਾ ਲਓ, ਕਿਹੜਾ ਤਨਖਾਹ ਦੇਣੀ ਹੈ, ਸੇਵਾ ਹੀ ਕਰਨੀ ਹੈ। ਸੋ ਮੈਂ ਇੱਥੇ ਕੋਈ ਵੱਧ ਘੱਟ ਸ਼ਬਦ ਕਹਿ ਗਿਆ ਹੋਵਾਂ ਤੇ ਮੈਂ ਉਹਨਾਂ ਨੂੰ ਜਿੱਥੇ ਸ਼ਰਧਾ ਤੇ ਸਤਿਕਾਰ ਸ਼ਹੀਦ ਦੇ ਚਰਨਾਂ 'ਚ ਭੇਟ ਕਰਦਾ, ਉੱਥੇ ਨਾਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਆਣ ਕੇ ਆਪਣੇ ਸੰਤਾਂ ਦੇ ਨਾਲ ਵਿਚਾਰ ਪੇਸ਼ ਕਰਨ। ਭਾਈ ਬਲਬੀਰ ਸਿੰਘ ਜੀ ਗਠਿਆਲੇ। ਵਾਹਿਗੁਰੂ सूरा सो पहचानिए जो लड़ै दीन कै हित, पुरजा पुरजा कट मरै कबहू ना छाड़ा खेत। सतगुरु गुरु ग्रंथ साहिब जी महाराज जी की पावन पवित्र हजूरी अंदर जुड़ बैठी साध संगत जीओ, वाहिगुरू जी का खालसा, वाहिगुरू जी की फतेह। सतगुरु गुरु ग्रंथ साहिब जी महाराज जी ने जो सानू निमाणिया नूं सेवा बख्शिश की सी, अकाल खालसा दल जथेबंदी बना के, और इस जथेबंदी का एक उपराला है कि पंजाब की धरती से जिन्ने भी सिंह शहीद होए हैं 78 तो रख के 93 तक उन्हां दियां इजाजतां नूं मतलब के मनाया जा सके ਅਤੇ ਉਹਨਾਂ ਪਿੰਡਾਂ ਦੇ ਤੱਕ पहुँच ਜਿਹੜੀ ਹੈ ਉਹ ਕੀਤੀ ਜਾ ਸਕੇ। ਸੋ ਮੇਰੇ ਨਾਲ मेरे साथी तालुपुरा साहब जिहड़ी इस जथेबंदी के जनरल सकत्तर हाँ नहीं, ये जथेबंदी जी होंद विच आई सी अज तो कोई 8 साल पहला। इहदा उपराला करते करते पूरे पंजाब दे विच जिथे भी किते पता चलता है कि शहीद दा पिंड है, उत्थे जाके ये उपराला जिहड़ा करती है जथेबंदी। सब तो पहला सुखदेव सिंह बब्बर जिहड़े हैं जो तरनतारन जिले विच पिंड है, उत्थे इस जथेबंदी ने इस शहीदी समागम आरंभ किया। इस तरह सतगुरु कृपा कर ये सेवा जी है इस जथेबंदी को लेंदे रहे और पंजाब के विच जिथे जिथे भी शहीद होए हैं साडे नौजवान और उन्हों की ये बरसियां हर पिंड जिहड़ा है मनाने का उपराला करे। सो मेरे नाल मेरे साथी जो तालुपुरा जी बैठे हैं, सुरेंद्रपाल सिंह जी, नाल ही जो साडे खालिस्तानी जो नाम मैंने विसर गया वो बैठे हैं, हरपाल सिंह जी, और ये भी आए हैं। सो होर साडियां जो वख सेवावां चलदी हैं इस पंजाब की धरती से, और अकाल खालसा दल जिहड़ा है वो अकाल खालसा न्यूज़ चैनल भी जिहड़ा है वो चलाता है, जिहदे विच धार्मिक सरगर्मियां जिहड़ियां दिखाईयां जांदियां। अज का भी ये प्रोग्राम जिहड़ा है लाइव जिहड़ा है इत्थों हो रहा है, और बाहर दी कंट्रियां ते घरे ये तुहाडे इस पिंड का जिहड़ा है लाइव प्रोग्राम गया है इस तुगलवाला पिंड का। सो मैं ये आस रखता हाँ कि जिस तरह मैंबर साहब वडरे ने कहा है कि इत्थों के इलाके की जो कमेटी बनाई जाए जिहड़ी इस शहीद की बरसी हर साल मतलब कि मनाना करे। तो मैं मैंबर साहब का इत्थों की संगत का बहुत बहुत धन्यवाद करता हाँ जी। वाहिगुरू जी का खालसा, वाहिगुरू जी की फतेह। कोई किसी को राज न दे हैं जो ले हैं निज पद से ले हैं। बहुत ही सत्कारयोग इस नगर दे मेरिया माता, मेरे बुजुर्ग, मेरे भरा, मेरिया भैन फतेह अर्ज करते हैं जी। वाहिगुरू जी का खालसा, वाहिगुरू जी की फतेह। मेरे तो पहला बहुत ही सत्कारयोग मास्टर कलवंत सिंह जी प्रधान साहब, उस तो बाद भाई साहब भाई बलबीर सिंह जी गठियाली, जथेदार SGPC के मैंबर साहबान भाई साहब भाई सुरजीत सिंह जी, सरदार हरबंस सिंह जी मंझपुर, साबका मैंबर श्रोमणी गुरुद्वारा प्रबंधक कमेटी के नाल होर पहुंचे हुए मेरे इत्थे वीर, इन्हां सारिआं नूं मैं जी आइआं कहना। जिथे अज भैन कुलविंदर कौर जी ते उन्हां दे नाल उन्हां दे सहयोगियां दे नाल जिन्हां ने सहयोग करके अज साडे बहुत ही सत्कारयोग साडे वीर भाई परमजीत सिंह जी पम्मा
ਉਰਫ ਬਾਬਾ ਆਨੰਦ ਦੇ ਨਾਲ ਜਿਹੜੇ ਜਾਣੇ ਜਾਂਦੇ ਰਹੇ ਆ, ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁੱਖ ਸੇਵਾਦਾਰ ਰਹੇ ਆ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਉਹ ਇੱਥੇ ਮਨਾਇਆ ਜਾ ਰਿਹਾ। ਮੈਂ ਆਪਣੀ ਜਥੇਬੰਦੀ ਅਕਾਲ ਖਾਲਸਾ ਦਲ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਨਾਲ ਹੀ ਨਾਲ ਮੈਂ SGPC ਦੇ ਸਾਬਕਾ ਮੈਂਬਰ ਸਾਹਿਬਾਨ, ਮੌਜੂਦਾ ਮੈਂਬਰ ਸਾਹਿਬਾਨ ਦੇ ਵੱਲੋਂ ਜਿਹੜਾ ਇੱਕ ਬਹੁਤ ਵੱਡੇ ਉਪਰਾਲੇ ਦੀ ਜਿਹੜੀ ਗੱਲ ਕੀਤੀ ਹੈ, ਜਿਹੜੀ ਉਹਨਾਂ ਨੇ ਕਿਹਾ ਟਰਸਟ ਬਣਾਇਆ ਜਾਵੇ, ਇਹ ਬਹੁਤ ਹੀ ਜ਼ਰੂਰੀ ਹੈ ਕਿ ਜੇ ਆਪਾਂ ਇਹ ਟਰਸਟ ਬਣਾਉਂਦੇ ਆ, ਉਸ ਟਰਸਟ ਦੇ ਨਾਲ ਜਿਨ੍ਹਾਂ ਨੇ ਸਿੱਖ ਸੰਘਰਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਸਿੱਖ ਕੌਮ ਨੂੰ ਅੱਗੇ ਲੈ ਕੇ ਆਉਣ ਲਈ ਸੰਘਰਸ਼ ਦੇ ਵਿੱਚ ਆਪਣੇ ਯੋਗਦਾਨ ਪਾਏ ਆ, ਉਹਨਾਂ ਦੇ ਨਾਂ ਜਿਹੜੇ ਆ ਇਸ ਦੁਨੀਆ ਦੇ ਵਿੱਚ ਰਹਿਣਗੇ। ਉਹਨਾਂ ਦੇ ਨਾਂ ਤਾਂ ਹੀ ਰਹਿ ਸਕਦੇ ਆ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ। ਅੱਜ ਕਿਸਾਨੀ ਸੰਘਰਸ਼ ਦੀ ਇਸ ਤਰ੍ਹਾਂ ਗੱਲ ਚੱਲ ਰਹੀ ਆ, ਅੱਜ ਕਿਸਾਨੀ ਸੰਘਰਸ਼ ਕਿੱਥੋਂ ਚੱਲਿਆ, ਕਿੱਥੇ ਚਲੇ ਗਿਆ, ਪਰ ਅਜੇ ਤੱਕ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੰਨਾਂ ਦੇ ਉੱਤੇ ਕਿਤੇ ਜੂੰ ਸਰਕੀ ਹੈ? 300 ਸਾਡਾ ਕਿਸਾਨ ਜਿਹੜਾ ਉੱਤੇ ਆਪਣੀਆਂ ਸ਼ਹਾਦਤਾਂ ਦੇ ਚੁੱਕਾ। ਉਹਦਾ ਕਾਰਨ ਇਹ ਹੈ ਕਿ ਉਹ ਭਾਜਪਾ ਦਾ ਨਹੀਂਗਾ, ਉਹਦੇ ਕਾਰਨ ਕਸੂਰਵਾਰ ਅਸੀਂ ਸਾਰੇ ਆਪ ਹੈ। ਅਸੀਂ ਵੋਟਾਂ ਪਾਈਆਂ ਨਾ, ਅਸੀਂ ਵੋਟਾਂ ਪਾ ਕੇ ਉਹਨੂੰ ਬਣਾਇਆ, ਪਰ ਕਦੀ ਆਪਾਂ ਅਜੇ ਤੱਕ ਇਹ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਨਰਿੰਦਰ ਮੋਦੀ ਦੇ ਵੀ ਹੱਥ ਦੇ ਵਿੱਚ ਨਹੀਂ ਹੈਗਾ। ਜਿਹੜੀਆਂ ਗੱਲਾਂ ਅੱਜ ਉੱਥੇ ਪਹੁੰਚ ਚੁੱਕੀਆਂ ਨਾ, ਇਹ ਸਨ 2000 ਦੇ ਵਿੱਚ ਇਹ ਫੈਸਲੇ ਹੋ ਚੁੱਕੇ ਆ। 2000 ਦੇ ਵਿੱਚ ਇੱਕ ਭਾਰਤ ਦੇ ਬਾਹਰ ਦੀਆਂ ਵਿਦੇਸ਼ੀ ਦੇਸ਼ਾਂ ਦੇ ਨਾਲ ਰਲ ਕੇ ਇੱਕ ਗੈਟ ਸਮਝੌਤਾ ਕੀਤਾ ਸੀ। ਅੱਜ ਜਿੱਥੇ ਅਸੀਂ ਪਰਮਜੀਤ ਸਿੰਘ ਜੀ ਪੰਮਾ, ਪੰਜਵੜ ਦੇ ਪਰਮਜੀਤ ਸਿੰਘ ਜੀ ਪੰਮਾ ਔਰ ਬਾਬਾ ਆਨੰਦ ਜੀ ਦੀ ਅੱਜ ਬਰਸੀ ਮਨਾਉਣ ਵਾਸਤੇ ਆਏ ਆ, ਉੱਥੇ ਤੁਗਲਵਾਲਾ ਦੇ ਵਿੱਚੋਂ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ, ਉਹ ਵੀ ਅੱਜ ਇੱਕ ਸੰਘਰਸ਼ ਚੱਲ ਰਿਹਾ। ਉਹ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਸਮਝੌਤਾ ਕੀਤਾ ਗਿਆ, ਉਸ ਸਮਝੌਤੇ ਦੀ ਇਹ ਦੇਣ ਕਿ ਜਿੰਨਾ ਮਰਜ਼ੀ ਅਸੀਂ ਆਪਣੇ ਸੰਘਰਸ਼ ਨੂੰ ਅੱਗੇ ਤੋਰੀ ਜਾਈਏ, ਉੱਥੇ ਸ਼ਹਾਦਤਾਂ ਹੋ ਸਕਦੀਆਂ, ਪਰ ਇਹ ਗੱਲ ਅਸੀਂ ਕਹਿਣ ਵਾਸਤੇ ਵੀ ਤਿਆਰ ਹਾਂ ਕਿ ਜਿੰਨਾ ਬੰਦਿਆਂ ਦੇ ਕੋਲ ਅੱਜ ਉਹ ਕਮਾਂਡ ਫੜੀ ਹੋਈ ਆ, ਉਹ ਸਾਨੂੰ ਕੁਝ ਨਹੀਂ ਲੈ ਕੇ ਦੇਣਾ ਤੇ ਨਾ ਹੀ ਉਹਨਾਂ ਨੇ ਲੈ ਕੇ ਦੇਣਾ। ਜੋ ਉਦੋਂ ਤੱਕ ਨਹੀਂ ਲਿਆ ਜਾ ਸਕਦਾ ਜਿੰਨਾ ਚਿਰ ਤੱਕ ਅਸੀਂ ਉਹ ਜਿਹੜੇ ਸਮਝੌਤੇ ਕੀਤੇ ਨੇ, ਉਸ ਸਮਝੌਤਿਆਂ ਤੋਂ ਬਾਹਰ ਨਹੀਂ ਆਉਂਦੇ। ਸਾਡੇ ਦੇਸ਼ ਨੂੰ ਉਹ ਗੈਟ ਸਮਝੌਤਿਆਂ ਤੋਂ ਬਾਹਰ ਆਉਣਾ ਪਊਗਾ। ਦੂਸਰਾ, ਜਿੰਨਾ ਚਿਰ ਤੱਕ ਇਸ ਦੇਸ਼ ਦੇ ਵਿੱਚ EVM ਮਸ਼ੀਨਾਂ ਨੇ, ਜਿਹੜੀਆਂ ਵੋਟਾਂ ਅਸੀਂ ਮਸ਼ੀਨਾਂ ਦੇ ਨਾਲ ਪਾਉਂਦੇ ਆ, ਜਿੰਨਾ ਚਿਰ ਤੱਕ ਇਹ ਵੋਟਾਂ ਪੈਂਦੀਆਂ ਮਸ਼ੀਨਾਂ ਦੇ ਨਾਲ, ਉਹਨਾਂ ਚਿਰ ਤੱਕ ਸਿੱਖਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ ਜੀ। ਘੱਟ ਗਿਣਤੀਆਂ ਦਾ ਕੋਈ ਭਲਾ ਹੋਣ ਵਾਲਾ ਨਹੀਂ ਜੀ। ਜਿਹੜੇ ਬੰਦੇ ਅੱਜ ਇਹ ਗੱਲ ਕਹਿੰਦੇ ਆ ਕਿ EVM ਦੇ ਨਾਲ ਅਸੀਂ ਸਰਕਾਰਾਂ ਬਣਾ ਲਵਾਂਗੇ, ਉਹ ਸਰਕਾਰਾਂ ਸਿਰਫ ਤੇ ਸਿਰਫ ਇੱਥੇ ਬਣਾ ਸਕਦੇ ਆ, ਸਾਨੂੰ ਦੇ ਕੁਛ ਨਹੀਂ ਸਕਦੇ। ਸਾਨੂੰ 73 ਸਾਲਾਂ ਤੋਂ ਗੁਲਾਮ ਬਣਾਇਆ ਗਿਆ। 73 ਸਾਲਾਂ ਤੋਂ ਗੁਲਾਮ ਕਿੱਥੇ ਬਣਾਇਆ ਗਿਆ? ਮੈਂ 5 ਮਿੰਟ ਸਿਰਫ ਲੈਣੇ ਆ, ਉਸ ਤੋਂ ਬਾਅਦ ਮੈਂ ਖਿਮਾ ਦਾ ਜੱਜ ਹੋਣਾ, ਕਿਉਂਕਿ ਕਈ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ। ਸਾਡੀਆਂ 3 ਕਿਸਮ ਦੀਆਂ ਵੋਟਾਂ ਹੁੰਦੀਆਂ, ਇਲੈਕਸ਼ਨਾਂ ਪੈਂਦੀਆਂ, 3 ਕਿਸਮ ਦੀਆਂ ਵੋਟਾਂ ਪਾਉਂਦੇ ਆ। ਇੱਕ ਵੋਟ ਪਾਉਂਦੇ ਆ ਸਰਪੰਚੀ ਦੀ, ਦੂਸਰੀ ਵੋਟ ਜਿਹੜੀ ਆ ਉਹ ਪਾਉਂਦੇ ਆ ਵਿਧਾਨ ਸਭਾ ਦੀ ਇਲੈਕਸ਼ਨ ਦੀ, ਤੇ ਤੀਸਰੀ ਵੋਟ ਜਿਹੜੀ ਆ ਉਹ ਅਸੀਂ ਪਾਉਂਦੇ ਆ ਲੋਕ ਸਭਾ ਦੀ। ਅਸੀਂ 2 ਵੋਟਾਂ ਦੇ ਉੱਤੇ ਤੇ ਆਪਣਾ ਪੂਰਾ ਜ਼ੋਰ ਲਾ ਦਿੰਦੇ ਆ, ਸਿਰ ਧੜ ਦੀ ਬਾਜੀ ਲਾ ਦਿੰਦੇ ਆ। ਜਿਹੜੇ ਮੇਰੇ ਵੀਰ ਬਾਹਰ ਚੱਲੇ, 2 ਮਿੰਟ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜਾਇਓ, ਉਹਨਾਂ ਦੀ ਗੱਲ ਸੁਣਨ ਵਾਲੀ ਹੈ। ਸਿਰਫ ਜਿੱਥੇ ਆਪਾਂ ਇੰਨਾ ਚਿਰ ਬੈਠੇ ਆ, ਸਾਡੇ ਕੋਲ ਉਹ 2 ਬੁਲਾਰੇ ਹੋਰ ਨੇ, ਅਸੀਂ ਉਹਨਾਂ ਨੂੰ ਵੀ ਸੁਣਨਾ। ਜਿੱਥੇ ਸਾਡਾ ਫੈਸਲਾ ਹੋਣਾ, ਉਹ ਪਤਾ ਕਿੰਨੇ ਕਰਨਾ? ਲੋਕ ਸਭਾ ਨੇ ਕਰਨਾ। ਜੋ ਫੈਸਲਾ ਲੋਕ ਸਭਾ ਦੇ ਵਿੱਚ ਹੋਊਗਾ, ਉਹ ਵਿਧਾਨ ਸਭਾ ਨੇ ਲਾਗੂ ਕਰਨਾ। ਜਿੰਨਾ ਚਿਰ ਤੱਕ ਸਾਨੂੰ ਸਵਾਲ ਦਿੱਤਾ ਗਿਆ, ਜਦੋਂ ਵੀ ਲੋਕ ਸਭਾ ਦੀ ਇਲੈਕਸ਼ਨ ਆਉਂਦੀ ਆ ਤੇ ਸਾਨੂੰ ਕਿਹਾ ਜਾਂਦਾ ਇਹ ਵੱਡੀਆਂ ਇਲੈਕਸ਼ਨਾਂ ਹੈਗੀਆਂ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ।
पर अफसोस की गल है जे उदों असीं ये समझे हुंदे कि लेना देना हैगा ते अज नरेंद्र मोदी की कोई हिम्मत नहीं सी कि साडे विरुद्ध कोई फैसले ले सकदा। सो सब तो जरूरी है कि जदों भी असीं इलैक्शनां दे विच प्ले करदे हां दो निशाने मिथ के चल पवो, जां जिहड़ा निशाना साडे परमजीत सिंह जी पम्मा और बाबा नंद जी ने लीक मारी सी कि वखरे सिख राज की गल करनी है, जां उधर दे पासे नो जो जे असीं ओ सिख राज की गल नहीं कर सकदे ते घट तो घट सचेत इन्ने होवो कि साडी कौम दा साडे बच्चों दा कोई नुकसान ना कर सके। सो उस नुकसान तो बचन की लोड़ है। उस नुकसान तो तां ही बचिया जा सकता है कि असीं वध तो वध एजुकेट होइए, अपने बच्चों नूं वध तो वध पढ़ाइए। जिन्ना चिर तक असीं उन्हां नूं वध तो वध एजुकेट नहीं करांगे, उन्हां नूं पढ़ावांगे नहीं, असीं कदी भी अपने संघर्ष नूं अगे नहीं तोड़ सकदे। ते संघर्ष नूं जे अगे तोड़ना ते उन्हां नूं अगे लोकां नूं लैके आउणा पऊगा जिहड़े सिख पंथ दी सिख कौम दी गल करदे। सो बहुत बहुत धन्यवाद मैं करना चाहना इत्थे श्रोमणी कमेटी के मैंबर साहबाना का जिन्होंने अज सुझाव दिता ते मैं आस करदा कि आपां इस सुझाव दे जे चलीए ते अज जे इत्थे ट्रस्ट बनिया असीं अगले नगरां दे विच भी ट्रस्ट जिहड़ा ओह बना के ते कौम दी जिम्मेवारी बने कि असीं ओह जिहड़े शहीदां दे शहीदी दिहाड़े आ ओह असीं आप मनाइए। सो बहुत बहुत धन्यवाद। मैं इत्थे जिथे अपनी भैन कुलविंदर कौर जी नूं इस गल लई मैं बधाई भी देना चाहुंदा अज शहीदी दिहाड़े दे उत्ते कि कौम तुहाडे नाल खड़ी है, श्रोमणी कमेटी ने तुहाडे नाल खड़ी है, असीं नाल खड़े हैं। असीं ट्रस्ट बना के ते ट्रस्ट दे रूप दे विच शहीदां दे शहीदी दिहाड़े जिहड़े आ ओह मनाइए। ते मैं अपने जथेबंदी वल्लों तुहाडा सारिआं दा तहे दिलों धन्नवाद करदा कि तुसीं अपना कीमती समां जिहड़ा कढ के इत्थे पहुंचे हो ते अपने जथेबंदी वल्लों मैं बाहर अपणीਆਂ विदेशां विचों जर्मन दियां सिख कौम वल्लों, आस्ट्रेलिया वल्लों, कनेडा वल्लों ते कैलिफोर्निया दे विचों विशेष तौर ते मोहन सिंह जी दासूवाल वल्लों ते इहदे विच हाजरी लवाउणा दासूवाल परिवार वल्लों भाई सुखदेव सिंह जी बब्बर वल्लों ते उन्हां दे होर बाकी परिवारां वल्लों भी मैं इस समागम दे शहीदी समागम दे विच शरधा ते फुੱਲ भेंट करदा हां। फतेह अर्ज करदा जी। वाहिगुरू जी का खालसा वाहिगुरू जी की फतेह। हाँ जी बहुत धन्यवाद। वालिए दो जहां साहिब श्री गुरु ग्रंथ साहब जी की पवित्र गोद बैठ के शहीदां नूं याद कर रहे गुरु प्यारी साध संगत जी, आओ सब तो पहला साहिब जी नूं अपना सीस झुकाउंदे होए फतेह की साझ पाइए। वाहिगुरू जी का खालसा वाहिगुरू जी की फतेह। शहीद जिथे कौम का सरमाया है उत्थे साडे लई चानन मुनारा भी ने। शहीदां नूं जिन्ना भी याद किया जाए उन्ना ही थोड़ा है, क्योंकि आपां पिछले इतिहास से झात मारीए ते साडियां मावां अज दे समय नूं छड्ड के पिछले समय की गल करन लग्या उदों गोदी च दादियां भी बिठाउंदियां सन बच्चे नूं ते गुरु साहिबान दीयां साखियां भी सुणाउंदियां सन, जिहड़ी दुध दे नाल खून दे विच रच जांदियां सन। इहो ही कारण है कि जदों जदों भी बाहर किसी हमलावर ने इस धरती ते हमला किया, इत्थे दे नौजवान गभरू जिन्हां नूं दादियां ने मावां ने भैणां ने भरावां ने उत्साहित किया सी इतिहास दीयां गल्लां सुना के, उन्हां गभरूआं ने वो गल्लां ते पहरा दिंदियां होइयां अपनी धरती नूं अपने विरसे नूं गुरु इतिहास नूं गुरधामां नूं बचाउण लई ये शहादतां दित्तियां। मैं याद करन लग्या अपने वीर परमजीत सिंह पम्मा और बाबा नंद जिन्हां ने अपनी जवानी नूं निछावर कर दिता। असीं सारे धीआं ते पुत्तां ते भैणां भरावां वाले बैठे हां, दादियां ते पोतियां वाले भी बैठे हां। कदों किसी का दिल करता भी मैं मर जावां, आपां गुरु साहब की हाजरी च बैठे हां। जदों किते मरण का नाम भी आउंदा है ना तां भी साडे हौल जिहा पैंदा भी ये रंगली दुनिया नूं छड्ड के जाण नूं किसी का दिल नहीं करता। पर धन हन वो मरजीवड़े जिहड़े अपनी जान नूं तली ते रख के दिन रात
ਦੇਸ਼ ਤੇ ਕੌਮ ਦੀ ਗੱਲ ਨੂੰ ਸੋਚਦੇ ਹੋਏ ਆਪਣਾ ਜੀਵਨ ਨਿਛਾਵਰ ਕਰ ਜਾਂਦੇ। ਮੈਂ ਉਹਨਾਂ ਨੂੰ ਸਤਿਕਾਰ ਵੀ ਦਿੰਦਾ। ਆਪਣੀ ਜ਼ਿੰਦਗੀ ਵਿੱਚ ਮੈਂ ਕਿਸੇ ਦੀ ਕੋਈ ਗੱਲ ਨਹੀਂ ਕਰਦਾ ਜੀ ਸਹੁੰ ਦਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਕਹਾਵਤਾਂ ਨੇ, ਇਹਨਾਂ ਦੇ ਪਿੱਛੇ ਬੜਾ ਇਤਿਹਾਸ ਹੈ। ਮੈਂ ਆਪਣੀ ਗੱਲ ਕਰਨੀ ਚਾਹੁੰਦਾ ਹਾਂ ਕਿ ਮੈਂ ਤਾਂ ਜ਼ਿੰਦਗੀ ਸਾਰੀ ਉਮਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਰਹਾਂਗਾ ਤੇ ਕਦੀ ਵੀ ਜਦੋਂ ਤੱਕ ਸਵਾਸ ਅਤੇ ਪਰਿਵਾਰਾਂ ਨੂੰ ਸਾਂਭਣਾ ਇਹ ਸਾਡੀ ਡਿਊਟੀ ਹੈ। ਲੇਕਿਨ ਅਸੀਂ ਉਹਦੇ ਤੋਂ ਕਟਾਈ ਕਰ ਗਏ, ਉਹਦੇ ਤੋਂ ਅਸੀਂ ਦਰਕਿਨਾਰ ਕਰ ਗਏ। ਕੁਝ ਸਮੇਂ ਦੇ ਹਾਲਾਤਾਂ ਨੇ ਸਾਨੂੰ ਫੰਡ ਦਿੱਤਾ, ਕੁਝ ਸਰਕਾਰਾਂ ਨੇ ਇਸ ਢੰਗ ਨਾਲ ਸਾਨੂੰ ਭੰਡ ਦਿੱਤਾ ਕਿ ਅਸੀਂ ਉਹਨਾਂ ਤੋਂ ਅਵੇਸਲੇ ਹੋ ਗਏ। 91 ਤੋਂ ਲਾ ਕੇ ਅੱਜ ਤੱਕ 2021 ਹੈ, 30 ਸਾਲ ਦਾ ਸਮਾਂ ਹੈ। 30 ਸਾਲ ਦੇ ਵਿੱਚ ਅਸੀਂ ਕਿੰਨਾ ਕੁ ਭੈਣ ਗੁਰਵਿੰਦਰ ਨੂੰ ਸਾਥ ਦਿੱਤਾ ਹੈ, ਆਪਾਂ ਸਾਰੇ ਆਪਣੇ ਆਪਣੇ ਅੰਦਰ ਝਾਤੀ ਮਾਰੀ ਕਿ ਚਰਕਿਆਂ ਦੀ ਲੋੜ ਨਹੀਂ। ਸੰਸਥਾਵਾਂ ਨੇ, ਉਹਨਾਂ ਨੇ ਕਿੰਨਾ ਕਿੰਨਾ ਯੋਗ ਪਾਇਆ। ਜਿਹੜੀਆਂ ਸੰਸਥਾਵਾਂ ਨੇ ਯੋਗਦਾਨ ਪਾਇਆ ਉਹ ਬਾਕੀ ਜਿਹੜੇ ਸ਼ਹੀਦ ਹੈ ਉਹਨਾਂ ਦੀਆਂ ਫੋਟੋ ਤੁਸੀਂ ਕਿਉਂ ਨਹੀਂ ਲਾਈਆਂ? ਤੇ ਉਹਨਾਂ ਨੇ ਇੱਕ ਗੱਲ ਕਹੀ ਵੀ ਇਹ ਇੰਗਲੈਂਡ ਕੈਨੇਡਾ ਤੇ ਵੱਖਰੇ ਵੱਖਰੇ ਥਾਵਾਂ ਤੇ ਲੱਗੀਆਂ, ਜਿਹੜੀਆਂ ਸਾਡੇ ਤੱਕ ਪਹੁੰਚ ਜਾਂਦੀਆਂ ਅਸੀਂ ਉਹਨਾਂ ਨੂੰ ਚਲਾ ਦਿੰਦੇ ਹਾਂ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਪਰਿਵਾਰਾਂ ਦੇ ਬਾਰੇ ਕੁਝ ਸੋਚਿਆ ਜਾਏ। ਉਸ ਤੋਂ ਬਾਅਦ ਭੈਣ ਗੁਰਵਿੰਦਰ ਕੌਰ ਨਾਲ ਮੇਰਾ ਸੰਪਰਕ ਹੋਇਆ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਆਪਣਾ ਕੁਝ ਇਤਿਹਾਸ ਲਿਖ ਕੇ ਦਿਓ ਵੀਰਾਂ ਦਾ, ਜੋ ਵੀ ਇਹਨਾਂ ਦੇ ਕੋਲ ਸਿਸਟਮ ਹੈ, ਜੇ ਅਖਬਾਰਾਂ ਦੀ ਕਟਿੰਗ ਹੈ ਜਾਂ ਕਿਸ ਤਰ੍ਹਾਂ ਜੋ ਵੀ ਹੈ, ਇੱਕ ਉਪਰਾਲਾ ਕੀਤਾ ਗਿਆ। ਔਰ ਮੈਂ ਮਹਿਸੂਸ ਕਰਦਾ ਇਹਨਾਂ 30 ਸਾਲਾਂ ਦੇ ਵਿੱਚ ਇਸ ਭੈਣ ਨੇ ਜਿੰਨਾ ਸੰਤਾਪ ਹੰਢਾਇਆ ਕਿ ਅਸੀਂ ਸੋਚ ਸਕਦੇ। ਕਦੀ ਇਹੋ ਜਿਹਾ ਵੀ ਸਮਾਂ ਆਇਆ, ਨਿੱਕੀ ਜੀ ਬੱਚੀ ਸਾਡੀ ਪਰਮਵੀਰ, ਉਹਨੂੰ ਵੀ ਪੁੱਛਣ ਲੈ ਕੇ ਕਿਤੇ ਜਾਣਾ ਪੈਂਦਾ ਸੀ ਤੇ ਜੇਬ ਦੇ ਵਿੱਚ ਕਿਰਾਇਆ ਨਹੀਂ ਸੀ। ਜੇ ਕਿਤੇ ਉਹਨੂੰ ਦੁੱਧ ਜਾਂ ਕਿਸੇ ਹੋਰ ਚੀਜ਼ਾਂ ਦੀ ਵਸਤੂਆਂ ਦੀ ਲੋੜ ਹੈ ਤੇ ਇਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਜਫਰ ਜਾਲੇ ਨੇ, ਇਹੀ ਜਾਣਦੇ ਆ ਜਾਂ ਪਰਮਾਤਮਾ ਜਾਣਦਾ। ਪਰ ਇੱਕ ਜਿਹੜਾ ਗੁਰਬਾਣੀ ਨੇ ਸਾਨੂੰ ਸੇਧ ਦਿੱਤੀ ਹੈ, ਮਾਂ ਨੂੰ ਵੀ ਟੇਕ ਗੱਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ। ਮੈਂ ਮਹਿਸੂਸ ਕਰਦਾ ਉਹ ਸ਼ਹੀਦ ਨੇ ਇਹਨਾਂ ਦੇ ਹਿਰਦਿਆਂ ਦੇ ਵਿੱਚ ਇਹ ਗੱਲ ਪਾਈ ਕਿ ਜੇ ਮੇਰੇ ਮਰਨ ਤੋਂ ਬਾਅਦ ਗੁਰੂ ਹੈ, ਜੇ ਤੇਰਾ ਪਿਓ ਹੈ ਜਾਂ ਤੇਰੀ ਮਾਂ ਹੈ, ਕੇਵਲ ਤਾਂ ਕੇਵਲ ਗੁਰੂ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ स्वामी परमेश्वर आओ। प्रभु भी गुरु है, वो मां भी गुरु है, वो प्यो भी गुरु है। जे तू गुरु की गोद में बैठ के याद करेगी ते परमात्मा तेरा सहारा बन जू। इसे करके कोई ना कोई किरण आन के ਇਹਦਾ सहारा बनी है। ਅੱਜ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, बड़ी खुशी की गल गल की। श्रीमान गुरबाणी एक सिद्धांत है, सिद्धांत ਨੂੰ पढ़ के ਆਪਾਂ ਉਸ ਤੇ ਅਮਲ ਕਰਕੇ ਉਸ ਤੱਕ ਪਹੁੰਚਿਆ ਜਾ ਸਕਦਾ। ਜਿਸ ਤਰ੍ਹਾਂ ਮੇਰਾ ਵੀਰ ਪਰਮਜੀਤ ਸਿੰਘ ਜੀ ਬਾਬਾ ਜੀ ਸਰਕਾਰ ਨਾਲ ਕਹਿੰਦੇ ਸੀ ਔਰ ਉਹ ਉੱਥੇ ਤੱਕ ਪਹੁੰਚ ਕੇ ਉਹਨਾਂ ਨੇ ਇਹ ਜੀਵਨ ਜਿਹੜਾ ਸਫਲ ਕੀਤਾ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਇੱਕ ਬੇਨਤੀ ਜ਼ਰੂਰੀ ਹੈ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਉਹਨਾਂ ਵੱਲੋਂ ਮੇਰੀ ਭੈਣ ਸਤਿਕਾਰਯੋਗ ਬੀਬੀ ਗੁਰਵਿੰਦਰ ਕੌਰ, ਉਹਨਾਂ ਦੀ ਬੱਚੀ ਪਰਮਵੀਰ ਕੌਰ, ਸਰਦਾਰ ਪਰਵਿੰਦਰ ਸਿੰਘ ਜੀ ਤੇ ਪਰਮਵੀਰ ਕੌਰ ਬੇਟੀ ਹੈ बोले सो निहाल श्री अकाल, बोले सो निहाल श्री अकाल। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। मैं भैन जी जसमीत कौर शहीद भाई सतनाम सिंह जी सत्ता शीना जी ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆਉਣ। ਉਹ ਆ ਕਰਕੇ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਦਸ਼ਾਲੇ ਦੇ ਨਾਲ ਸਨਮਾਨਿਤ ਕਰਨਗੇ ਤੇ ਨਾਲ ਉਹਨਾਂ ਦੀ ਸਪੁੱਤਰੀ ਨੂੰ ਤੇ ਦਮਾਦ ਨੂੰ ਵੀ ਸਰੋਪਾ ਦੇ ਕੇ ਸਨਮਾਨਿਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सो निहाल श्री अकाल, बोले सो निहाल श्री अकाल। मैं
ਧੰਨਵਾਦ ਕਰਦਾ। ਸੋ ਨਿਹਾਲ ਸਤਿ ਸ੍ਰੀ ਅਕਾਲ। ਅਕਾਲ ਖਾਲਸਾ ਦਲ ਦਾ ਜਿਨ੍ਹਾਂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਇਸ ਨੂੰ ਰਿਕਾਰਡਿੰਗ ਕੀਤਾ ਹੈ ਤੇ ਮਾਈਕ ਸਾਹਿਬ ਦਾ ਵੀ ਜਿਹੜੀ ਕਿ ਉਹ ਲੰਗਰ ਵਾਸਤੇ ਚਾਹੇ ਕਹਿ ਲਓ ਜਾਂ ਕਿਸ ਤਰ੍ਹਾਂ ਵੀ ਹੈ ਉਹ ਵੀ ਸਹਾਇਤਾ ਕੀਤੀ ਹੈ ਤੇ ਜਿਹੜੇ ਪਿੰਡ ਨਿਵਾਸੀ ਨੇ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਤੇ ਢੀਂਗਸਾ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਤੇ ਸਤਿਕਾਰ ਜਿਹੜਾ ਭੇਜਿਆ। ਸੋ ਬਹੁਤ ਬਹੁਤ ਧੰਨਵਾਦ। ਹੋਈਆਂ ਗਲਤੀਆਂ ਨੂੰ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਹੁਤ ਬਹੁਤ ਧੰਨਵਾਦ। ਦਸਾਂ ਗੁਰੂਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ, ਸਭ ਤੋਂ ਪਹਿਲਾਂ ਰਸਨਾ ਪਵਿੱਤਰ ਹੋਵੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿੱਖ ਕੌਮ ਦੇ ਮਹਾਨ ਸ਼ਹੀਦ ਸਰਦਾਰ ਪਰਮਜੀਤ ਸਿੰਘ ਜੀ ਪੰਮਾ ਜੀ ਦੀ ਮਿੱਠੀ ਯਾਦ ਦੇ ਵਿੱਚ ਇਕੱਤਰਤ ਹੋਏ ਆ। ਮੇਰੇ ਤੋਂ ਪਹਿਲੋਂ ਬੜੇ ਸੀਨੀਅਰ ਖਿਡਾਰੀਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ ਉਹਨਾਂ ਦੇ ਜੀਵਨ ਬਾਰੇ ਔਰ ਜੋ ਉਸ ਵੇਲੇ ਇੱਕ ਮੂਵਮੈਂਟ ਚੱਲੀ ਸੀ, ਇੱਕ ਸੰਘਰਸ਼ ਸਿੱਖ ਕੌਮ ਦੇ ਜਿਹੜੇ ਮਹਾਨ ਯੋਧੇ ਆ ਉਹਨਾਂ ਨੇ ਕੀਤਾ ਸੀ ਉਹਦੇ ਬਾਰੇ। ਸੋ ਸਾਡਾ ਇਹ ਫਰਜ਼ ਬਣਦਾ ਕਿ ਜਿਸ ਤਰ੍ਹਾਂ ਮਨਪੁਰ ਸਾਹਿਬ ਦੱਸ ਕੇ ਗਏ ਨੇ ਕਿ ਸ਼ਹੀਦਾਂ ਦੀ ਯਾਦ 'ਚ ਕੋਈ ਸਿਸਟਮੈਟਿਕ ਢੰਗ ਨਾਲ ਕੋਈ ਟਰਸਟ ਬਣ ਕੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ NGO ਬਣ ਕੇ ਪ੍ਰੋਗਰਾਮ ਹੋਣ ਤੇ ਨਿਰੰਤਰ ਚੱਲਦੇ ਰਹਿਣ ਤੇ ਜਿਹੜੀ ਸਾਡੀ ਗਾਂ ਨੌਜਵਾਨ ਪੀੜ੍ਹੀ ਹੈ ਉਹਨੂੰ ਸੇਧ ਮਿਲਦੀ ਹੈ। ਕਿਉਂਕਿ ਇਹ ਜਿਹੜੇ ਸ਼ਹੀਦਾਂ ਦੇ ਪ੍ਰੋਗਰਾਮ ਨੇ ਇਹ ਕਰਾਉਣੇ ਬੜੇ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਕੌਮ ਨੂੰ ਜਗਾ ਕੇ ਰੱਖਣਾ ਤੇ ਇਹੋ ਜਿਹੇ ਪ੍ਰੋਗਰਾਮ ਹੋਣ ਤੇ ਫੇਰ ਹੀ ਨੌਜਵਾਨਾਂ 'ਚ ਜਿਹੜੀ ਆ ਉਹ ਇਹੋ ਜਿਹੀ ਕੁਰਬਾਨੀ ਦੀ ਇਹੋ ਜਿਹੀ ਸ਼ਹਾਦਤ ਦੀ ਰੂਪ ਚੁੱਕੀ ਜਾਂਦੀ। ਬੜਾ ਵੱਡਾ ਸਮਾਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਵੀ 400 ਸਾਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਆਉਣ ਵਾਲੇ ਕੁਝ ਦਿਨਾਂ 'ਚ ਮਨਾਉਣ ਜਾ ਰਹੇ ਹਾਂ। ਬਹੁਤ ਵੱਡੀ ਸ਼ਹਾਦਤ ਆ ਕਿ ਆਪਣੇ ਲਈ ਨਹੀਂ, ਆਪਣੀ ਕੌਮ ਲਈ ਨਹੀਂ, ਕਿਸੇ ਕੋਈ ਨਿੱਜੀ ਹਿੱਤ ਲਈ ਨਹੀਂ, ਪਰ ਦੂਜੇ ਧਰਮ ਦੀ ਜਾਂ ਦੂਜੀ ਕੌਮ ਦੀ ਰਾਖੀ ਲਈ ਸ਼ਹਾਦਤ ਦਿੱਤੀ। ਬੜੀਆਂ ਵੱਡੀਆਂ ਸਿੱਖ ਕੌਮ ਜਿਹੜੀ ਆ ਇਹਦੀਆਂ ਤੇ ਨੀਹਾਂ ਹੀ ਸ਼ਹੀਦਾਂ ਦੇ ਖੂਨ ਦੇ ਨਾਲ ਬੜੀਆਂ ਹੋਈਆਂ ਨੇ। ਔਰ ਜਦੋਂ ਜੇ ਪੁਰਾਣੇ ਸਮੇਂ ਤੋਂ ਅਸੀਂ ਗੱਲ ਕਰੀਏ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਵੀ ਆਉਂਦਾ ਰਿਹਾ, ਸਾਰਾ ਦੇਸ਼ ਲੁੱਟ ਕੇ ਜਾਂਦਾ ਰਿਹਾ, ਇਹ ਸਿੱਖ ਕੌਮ ਹੀ ਸੀ ਜਿਹੜੀ ਉਹਨੂੰ ਦੱਸਦੀ ਰਹੀ ਆ। ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ। ਜੇ ਉਹਨਾਂ ਨਾਲ ਵੀ ਜੇ ਕਿਹਨੇ ਪੰਗਾ ਲਿਆ ਉਹ ਪੰਜਾਬੀਆਂ ਨੇ 85 ਤੋਂ 90% ਸ਼ਹਾਦਤਾਂ ਆਜ਼ਾਦੀ ਦੇ ਲਈ ਪੰਜਾਬੀਆਂ ਦੀਆਂ ਨੇ। 95% ਜਿਹੜੇ ਕਾਲਾ ਪਾਣੀ ਜੇਲ੍ਹ 'ਚ ਗਏ ਆ ਉਹ ਵੀ ਪੰਜਾਬੀ ਗਏ ਆ। ਸੋ ਸਾਡੀ ਜਿਹੜੀ ਕੌਮ ਆ ਉਹ ਸਭ ਤੋਂ ਵੱਧ ਕੁਰਬਾਨੀ ਵਾਲੀ ਕੌਮ। ਤੇ ਜੇ ਵਰਤਮਾਨ ਸਮੇਂ ਦੀ ਅਸੀਂ ਗੱਲ ਕਰੀਏ, ਜੇ ਇੰਦਰਾ ਗਾਂਧੀ ਨੇ ਦੇਸ਼ ਨਾਲ ਸਾਡੀ ਕੌਮ ਨਾਲ ਉਹ ਭਾਜੀ ਚਾੜੀ ਤੇ ਸਾਡੇ ਸਿੰਘਾਂ ਨੇ ਉਹਨੂੰ ਭਾਜੀ ਮੋੜ ਕੇ ਦਿਖਾਤੀ। ਠੀਕ ਆ, ਸਾਨੂੰ ਸੰਤਾਪ ਹਟਾਉਣਾ ਪਿਆ। ਤੇ ਜੇ ਹੁਣ ਨਰਿੰਦਰ ਮੋਦੀ ਜੇ ਇੰਦਰਾ ਗਾਂਧੀ ਤੋਂ ਵੀ ਗਾਂਹ ਚਲਾ ਗਿਆ, ਉਹਨੇ ਉਹੋ ਜਿਹੇ ਕੰਮ ਕਰ ਦਿੱਤੇ ਜਿਹੜੇ ਇੰਦਰਾ ਗਾਂਧੀ ਨੇ ਨਹੀਂ ਸੀ ਕੀਤੇ। ਇੱਕ ਡਿਕਟੇਟਰ ਬਣ ਗਿਆ ਤੇ ਜੇ ਉਹਦੇ ਗਾੜੀ ਵੀ ਘੋੜਿਆ ਤੇ ਸਿੱਖ ਕੌਮ ਤੇ ਪੰਜਾਬੀ ਅੜੇ ਆ। ਬੜੀਆਂ ਏਜੰਸੀਆਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੀ ਸਿੱਖ ਕੌਮ ਆ ਇਹਨੂੰ ਨਸ਼ਿਆਂ ਤੇ ਲਾ ਦਿਓ, ਇਹਨਾਂ ਦੇ ਪੰਜਾਬ 'ਚ ਇਹੋ ਜਿਹਾ ਮਾਹੌਲ ਬਣ ਜਾਏ ਕਿ ਨੌਜਵਾਨ ਇੱਥੇ ਰਵੇ ਕੋਈ ਨਾ। ਪਰ ਫਿਰ ਵੀ ਜਿਹੜੀ ਇੱਕ ਚਿਣਕ ਆ, ਇੱਕ ਚਿਣਕ ਨਾਲ ਵੀ ਅੱਗ ਲੱਗ ਜਾਂਦੀ, ਇੱਕ ਚੰਗਿਆੜੀ ਨਾਲ ਵੀ ਭਾਂਬੜ ਵੱਜ ਜਾਂਦੇ ਆ। ਸੋ ਇਹ ਏਜੰਸੀਆਂ ਕੁਝ ਨਹੀਂ ਕਰ ਸਕਦੀਆਂ ਉਸ ਅਕਾਲ ਪੁਰਖ ਦੀ ਛਤਰੀ ਥੱਲੇ ਅਸੀਂ ਸਾਰੇ। ਔਰ ਜਿਸ ਤਰ੍ਹਾਂ ਦਾ ਸੰਘਰਸ਼ ਚੱਲ ਰਿਹਾ
ਇਹ ਸੰਘਰਸ਼ ਦਾ ਸਾਰੀ ਦੁਨੀਆ ਦੇ ਇਤਿਹਾਸ 'ਚ ਨਾਮ ਰਹਿਣਾ ਸਦਾ ਲਈ ਕਿ ਇਹਦਾ ਸ਼ਾਂਤਮਈ ਔਰ ਇਹਨਾਂ ਜਾਬਤੇ 'ਚ ਔਰ ਇੰਨੀ ਵੱਡੀ ਸੰਖਿਆ ਕਿ ਲੱਖਾਂ ਦੀ ਸੰਖਿਆ 'ਚ ਜਾ ਕੇ ਉੱਥੇ ਸੰਗਤ ਬੈਠੀ ਹੋਈ ਆ। ਇਹ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆ ਔਰ ਅਸੀਂ ਬੜੇ ਮਾਣ ਨਾਲ ਇਹ ਕਹਿ ਸਕਦੇ ਹਾਂ ਕਿ ਇਹ ਸਿੱਖ ਕੌਮ ਦੀ ਬੜੀ ਵੱਡੀ ਪ੍ਰਾਪਤੀ ਆ। ਜਿਸ ਤਰ੍ਹਾਂ ਦੇ ਉੱਥੇ ਲੰਗਰ ਚੱਲ ਰਹੇ ਆ, ਜਿਸ ਤਰ੍ਹਾਂ ਦਾ ਉੱਥੇ ਪ੍ਰਬੰਧ ਆ, ਇਹ ਸਿੱਖ ਕੌਮ ਹੀ ਕਰ ਸਕਦੀ, ਕੋਈ ਹੋਰ ਨਹੀਂ ਕਰ ਸਕਦੀ। ਸੋ ਜਿੰਨਾ ਚਿਰ ਇਹ ਲੰਬਾ ਸੰਘਰਸ਼ ਚੱਲੂਗਾ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਊਗੀ। ਅਸੀਂ ਪ੍ਰਚਾਰ ਕਰਦੇ ਹਾਂ, ਸਾਰੀ ਦੁਨੀਆ 'ਚ ਸਾਡਾ ਪ੍ਰਚਾਰ ਹੋ ਗਿਆ। ਕੋਈ ਦੁਨੀਆ ਦਾ ਚੈਨਲ ਨਹੀਂ ਜਿਹਨੇ ਇਹ ਜਿਹੜਾ ਮੋਰਚਾ ਉਹ ਕਵਰ ਨਹੀਂ ਕੀਤਾ। ਸਾਰੀ ਦੁਨੀਆ 'ਚ ਗੱਲ ਚਲੀ ਗਈ, ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਕਰਨਾ ਮਹਾਰਾਜ ਨੇ ਆਪੇ ਹੀ ਕਰਵਾ ਲੈਣਾ। ਇੱਕ ਜਰੀਆ ਬਣਦਾ ਹੁੰਦਾ ਕਿ ਸਾਰੀ ਦੁਨੀਆ 'ਚ ਜੇ ਕਰੋਨਾ ਆਇਆ ਤੇ ਸਾਰੀ ਦੁਨੀਆ 'ਚ ਸਿੱਖ ਸੰਗਤ ਨੇ ਲੰਗਰ ਲਾਤੇ। ਖਾਲਸਾ ਏਡ ਵਰਗੀਆਂ ਸੰਸਥਾ ਸਿੱਖ ਕੌਮ ਦਾ ਸਰਮਾਇਆ ਨੇ, ਜਿਨ੍ਹਾਂ ਨੇ ਜਿੱਥੇ ਵੀ ਦੁਨੀਆ 'ਚ ਕਿਤੇ ਕੋਈ ਕਾਲ ਪੈਂਦਾ, ਕੋਈ ਮਾੜੀ ਘਟਨਾ ਹੁੰਦੀ, ਸਭ ਤੋਂ ਪਹਿਲਾਂ ਜਾ ਕੇ ਉੱਥੇ ਲੰਗਰ ਲਾਉਂਦੇ ਆ, ਗਰੀਬਾਂ ਦੀ ਰੱਖਿਆ ਕਰਦੇ ਆ, ਸਹਾਇਤਾ ਕਰਦੇ ਆ। ਨੋਬਲ ਪੁਰਸਕਾਰ ਲਈ ਉਹਨਾਂ ਦਾ ਨਾਂ ਜਿਹੜਾ ਨਾਮਜ਼ਦ ਹੋ ਚੁੱਕਿਆ। ਸੋ ਬੜੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦੀਆਂ। ਸੋ ਇਸ ਕਰਕੇ ਸਾਨੂੰ ਪਹਿਲਾਂ ਦੇ ਜਿਹੜਾ ਸੰਘਰਸ਼ ਹੈ ਉਹਦੇ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਜੇ ਸੰਘਰਸ਼ ਸਿਰੇ ਲੱਗ ਗਿਆ ਤੇ ਇਹਦਾ ਕ੍ਰੈਡਿਟ ਵੀ ਪੰਜਾਬੀਆਂ ਨੂੰ ਜਾਣਾ, ਕਿਉਂਕਿ ਮੋਹਰੀ ਹੋ ਕੇ ਅਸੀਂ ਲੱਗੇ, ਬਾਕੀ ਬਾਅਦ 'ਚ ਜੁੜੇ ਨੇ। ਔਰ ਮੈਂ ਇਹ ਵੀ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਕਿ ਗਾਂ ਇੱਕ ਨਵਾਂ ਬਦਲ, ਕਿਉਂਕਿ ਇਹ ਕਿਸਾਨਾਂ ਨੇ ਮੋਰਚਾ ਲਾਇਆ ਮੋਦੀ ਗਾੜੀ, ਸਾਰੀਆਂ ਪਾਰਟੀਆਂ ਗੋਡੇ ਟੇਕਦੀਆਂ। ਜੇ ਕੋਈ ਅੜਿਆ ਵਾ ਤਾਂ ਉਹ ਕਿਸਾਨ ਅੜੇ ਆ ਤੇ ਇਹਨਾਂ ਲਈ ਗਾਂ ਰਾਜਨੀਤਿਕ ਬਦਲ ਵੀ ਜੇ ਇਹ ਕਾਮਯਾਬ ਹੁੰਦੇ ਤੇ ਰਾਜਨੀਤਿਕ ਬਦਲ ਹਿੰਦੁਸਤਾਨ ਲੈਵਲ ਤੇ ਵੀ ਇੱਥੋਂ ਨਿਕਲਣਾ। ਸੋ ਇਸ ਕਰਕੇ ਅਸੀਂ ਵੱਧ ਤੋਂ ਵੱਧ ਕਾਮਯਾਬੀਆਂ ਨੂੰ, ਇਸ ਮੋਰਚੇ ਨੂੰ ਤੋੜੀਏ। ਔਰ ਜਿੱਥੋਂ ਤੱਕ ਸ਼ਹੀਦਾਂ ਦੀ ਗੱਲ ਆ, ਸਾਨੂੰ ਹਮੇਸ਼ਾ ਸ਼ਹੀਦਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ, ਕਿਉਂਕਿ ਜਿੰਨੀ ਵੱਡੀ ਕੁਰਬਾਨੀ ਇਹ ਸ਼ਹੀਦਾਂ ਦੀ ਹੈ ਸਾਡੇ ਕੌਮ ਦੇ ਲਈ, ਇਹਨੂੰ ਅੱਖੋਂ ਪਰੋਖਿਆ ਨਹੀਂ ਕਰਨਾ ਚਾਹੀਦਾ। ਹਮੇਸ਼ਾ ਇਹਨਾਂ ਦੇ ਪਰਿਵਾਰਾਂ ਦਾ ਖਾਸ ਕਰਕੇ ਵੱਧ ਤੋਂ ਵੱਧ ਜਿੰਨਾ ਸਹਿਯੋਗ ਹੋ ਸਕੇ, ਮਾਨ ਸਤਿਕਾਰ ਹੋ ਸਕੇ, ਇਹਨਾਂ ਦਾ ਕਰਨਾ ਚਾਹੀਦਾ, ਤਾਂ ਕਿ ਗਾਂ ਵਾਲੀ ਜਿਹੜੀ ਪੀੜ੍ਹੀ ਆ ਉਹ ਵੀ ਮਾਵਾਂ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਸਿੱਖਿਆਵਾਂ ਦੇ ਕੇ, ਇਹੋ ਜਿਹੇ ਪੁਰਾਣਾ ਇਤਿਹਾਸ ਨਾਲ ਜੋੜ ਕੇ, ਤਾਂ ਇਹੋ ਜਿਹੇ ਜਿਹੜੇ ਨੌਜਵਾਨ ਨੇ ਉਹ ਪੈਦਾ ਹੋਣ ਔਰ ਸਾਡੀ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ 'ਚ ਰਵੇ। ਮੈਂ ਧੰਨਵਾਦੀ ਹਾਂ ਬੀਬੀ ਕੁਲਵਿੰਦਰ ਕੌਰ ਜੀ ਹੋਣਾ ਦਾ, ਜਿਨ੍ਹਾਂ ਨੇ ਆ ਸਾਰਾ ਸੱਦਾ ਦਿੱਤਾ ਔਰ ਇਸ ਪ੍ਰੋਗਰਾਮ ਦਾ ਮੈਨੂੰ ਛੋਟਾ ਜਿਹਾ ਹਿੱਸਾ ਬਣਨ ਦਾ ਮੌਕਾ ਦਿੱਤਾ। ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਕਿ ਇਸ ਮਹਾਨ ਸ਼ਹੀਦ ਦੇ ਪ੍ਰੋਗਰਾਮ 'ਚ ਇੱਕ ਹਿੱਸਾ ਹੋਣ ਦਾ ਮੈਨੂੰ ਮੌਕਾ ਮਿਲਿਆ। ਔਰ ਮੈਂ ਆਪਣੀ ਪਾਰਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ, ਢੀਂਡਸਾ ਸਾਹਿਬ ਵੱਲੋਂ ਜਿੱਦਾਂ ਦੱਸ ਕੇ ਗਏ ਆ, ਔਰ ਸੇਖਵਾਂ ਸਾਹਿਬ ਨੇ ਵੀ ਆਉਣਾ ਸੀ ਪਰ ਉਹਨਾਂ ਦੀ ਵੀ ਕੋਈ ਸਿਹਤ ਨਹੀਂ ਲੱਗਦਾ ਦਿੰਦੀ। ਸੋ ਸੇਖਵਾਂ ਪਰਿਵਾਰ ਵੱਲੋਂ ਵੀ ਇਸ ਮਹਾਨ ਸ਼ਹੀਦ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਹੋਇਆ ਖਿਮਾ ਦਾ ਜਾਚਕ ਹੈ। ਵਾਹਿਗੁਰੂ। ਪੰਜਾਬ ਦੇ ਵਿੱਚ ਕੀ ਸਰਕਾਰ ਨੇ, ਭਾਰਤ ਸਰਕਾਰ ਨੇ ਔਰ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੀ ਕੁਰਾਹੇ ਪਾ ਕੇ ਇੱਥੋਂ ਦੀ ਨੌਜਵਾਨੀ ਨੂੰ ਖਤਮ ਕੀਤਾ। ਹਰਪਾਲ ਸਿੰਘ ਖਾਲਿਸਤਾਨੀ, ਅਕਾਲ ਖਾਲਸਾ ਦਲ ਦਾ ਮੀਤ ਜਹੇਦਾਰ। ਬੇਨਤੀ ਹੈ ਜੀ, ਇਹ ਜਿੰਨੇ ਵੀ ਸ਼ਹੀਦ ਹੋਏ ਆ ਪੰਜਾਬ ਦੇ ਵਿੱਚ, ਸ਼ਹੀਦੀਆਂ ਹੋਈਆਂ ਹੈ, ਪਰਮ ਪੰਮਾ ਜੀ ਇੱਕ ਚੜ੍ਹਦੀ ਕਲਾ ਵਾਲੇ ਸ਼ਹੀਦ ਨੇ। ਬੇਨਤੀ ਇਸ ਤਰ੍ਹਾਂ ਵਾ, ਇਹ ਸ਼ਹੀਦੀਆਂ ਹੋਈਆਂ ਕਿਸ ਕਰਕੇ ਆ, ਕਾਰਨ ਕੀ ਸੀ? ਕਾਰਨ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਓ ਜਿਹੜਾ ਮਿਸ਼ਨ ਸੀ, ਉਹਨਾਂ ਦਾ ਮਿਸ਼ਨ ਹੈਗਾ ਸੀ ਗੁਰਬਾਣੀ ਦਾ ਪ੍ਰਚਾਰ ਕਰਨਾ, ਕੋਈ ਸ਼ਸਤਰਾਂ ਦਾ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਚਾਰ ਹੀ। ਆਪਾਂ ਆਪਣੇ ਹੱਕ ਲਈ ਲੜਨ ਦੀ ਜਾਚ ਦੱਸਦੇ ਸੀ। ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਜਦੋਂ 84 ਵਿੱਚ ਹਰਿਮੰਦਰ ਸਾਹਿਬ ਤੇ ਹਮਲਾ ਹੁੰਦਾ ਵਾ, ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਇਹ ਅਨਾਉਂਸ ਕੀਤਾ ਹੋਇਆ ਸੀ, ਇਹ ਬੇਨਤੀ ਕੀਤੀ ਸੀ, ਜੇ ਦਰਬਾਰ ਸਾਹਿਬ ਤੇ ਹਮਲਾ ਕਰਦੇ ਆ ਇਹ ਖਾਲਿਸਤਾਨ ਜ਼ਰੂਰ ਬਣੇਗਾ। ਇਹ ਉਹ ਖਾਲਿਸਤਾਨ ਦੀ ਲੜਾਈ ਲੜਦੇ ਪਏ ਸੀ ਸਾਰੇ ਸਿੰਘ, ਇਹ ਉਹ ਖਾਲਿਸਤਾਨ ਦੀ ਲੜਾਈ ਲੜਦੇ ਪਏ ਸੀ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੱਲੋਂ ਵਿੱਢੀ ਹੋਈ ਮੁਹਿੰਮ। ਇੱਕ ਕਹਿੰਦੇ ਨਾ, ਇੱਕ ਨਿਸ਼ਚਾ ਹੁੰਦਾ ਵਾ,
ਉਹ ਦ੍ਰਿੜਤਾ ਹੈਗੀ ਸੀ ਕਿ ਇਹਨਾਂ ਸਾਰੇ ਯੋਧਿਆਂ ਦੇ ਵਿੱਚ ਕਿ ਆਪਾਂ ਖਾਲਿਸਤਾਨ ਦੀ ਲੜਾਈ ਲੜਨੇ ਆ। ਇਹ ਪੰਮਾ ਵੀਰ ਜੀ ਵੀ ਉਸੇ ਖਾਲਿਸਤਾਨ ਦੀ ਲੜਾਈ ਦਾ ਇੱਕ ਹਿੱਸਾ ਹੈਗੇ ਸੀ। ਅੱਜ ਜਿੰਨੀਆਂ ਖਾਲਿਸਤਾਨ ਦੀਆਂ ਲੜਾਈਆਂ ਲੜ ਰਹੇ ਆ, ਜਿੰਨੀਆਂ ਹੀ ਖਾਲਿਸਤਾਨ ਦੀ ਗੱਲ ਕਰਦੇ ਆ ਨਾ, ਇਹਦੇ ਵਿੱਚ ਸਾਡੇ ਆਪਣੇ ਬੰਦੇ ਸਾਨੂੰ ਕੋਈ ਪੱਗ ਵਾਲੇ ਨੂੰ ਕਹਿਣ ਡਿਆ ਤੂੰ ਖਾਲਿਸਤਾਨ ਦੀ ਗੱਲ ਕਿਉਂ ਕਰਦਾ ਪਿਆ, ਜਦੋਂ ਕਿ ਸਾਨੂੰ ਹਿੰਦੂ ਕਿਸੇ ਨੇ ਨਹੀਂ ਕਹਿੰਦਾ। ਹਿੰਦੂ ਆਪਣਾ ਅੰਦਰ ਖਾਤੇ ਆਪਣਾ ਹਿੰਦੂ ਰਾਸ਼ਟਰ ਬਣਾਉਣ ਲਈ ਉਹ ਆਪਣਾ ਪੂਰਾ ਪ੍ਰਚਾਰ ਕਰ ਰਹੇ। ਉਹ ਸਾਨੂੰ ਅਫਸੋਸ ਦੀ ਗੱਲ ਇਹ ਹੋਣ ਡਈ ਆ ਕਿ ਜਿਹੜੇ ਸਾਡੇ ਆਪਣੇ ਸਿੱਖ ਆ ਉਹ ਖਾਲਿਸਤਾਨ ਦੀ ਗੱਲ, ਇਹਨਾਂ ਨੂੰ ਘੁੰਗਣੀਆਂ ਪੈ ਜਾਂਦੀਆਂ ਇਹਨਾਂ ਦੇ ਮੂੰਹ 'ਚ, ਖਾਲਿਸਤਾਨ ਦੀ ਗੱਲ ਕਰਦਾ। ਇਹਨਾਂ ਨੂੰ 1.5 ਲੱਖ ਮੁੰਡਾ ਚੇਤੇ ਨਹੀਂ ਆਉਂਦਾ ਪੰਜਾਬ ਦੇ ਸ਼ਹੀਦ ਹੋਇਆ। 300 ਸ਼ਹੀਦ ਚੇਤਾ ਨਹੀਂ ਆਉਂਦਾ ਜਿਹੜਾ ਹੁਣ ਸਿੰਘੂ ਬਾਰਡਰ ਤੇ ਸ਼ਹੀਦ ਹੋ ਗਿਆ। ਕਹਿੰਦੇ ਜਿੰਨਾ ਵੱਡਾ ਸੰਘਰਸ਼ ਓਨੀਆਂ ਜ਼ਿਆਦੀਆਂ ਕੁਰਬਾਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦੇ ਅਸੀਂ ਸਾਰੇ ਦਾਸ ਪਰਿਵਾਰ ਅੱਜ ਜੋ ਭਾਈ ਪਰਮਜੀਤ ਸਿੰਘ ਪੰਮਾ ਭਾਈ ਸਾਹਿਬ ਜੀ ਦੀ ਸ਼ਹਾਦਤ ਦੇ ਦਿਹਾੜੇ ਤੇ ਇਕੱਤਰ ਹੋਏ ਸੀ, ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੀ ਅਕਾਲ ਖਾਲਸਾ ਦਲ ਵੱਲੋਂ ਔਰ ਗੁਰੂ ਪੰਥ ਦੇ ਦਾਸ ਪਰਿਵਾਰ ਕਿ ਸਾਰਾ ਪੰਥ ਇਸੇ ਤਰ੍ਹਾਂ ਇਕੱਤਰ ਹੋ ਕੇ ਹਰ ਸ਼ਹੀਦਾਂ ਦੇ ਦਿਹਾੜਿਆਂ ਨੂੰ ਇਸੇ ਤਰ੍ਹਾਂ ਮੁੱਖ ਰੱਖਦੇ ਹੋਏ ਮਨਾਇਆ ਜਾਵੇ।